Hello, dear students. You're welcome in today's session as we are discussing different approaches in teaching of English. Today we will take the communicative approach. What is communicative approach? As name suggests, communicative. Communication means transferring or communicating our views to others and others' views communication to us. Two-way interaction. This is called communicating approach. ਪਿਆਰੇ ਵਿਦਿਆਰਥੀਓ, ਅੱਜ ਆਪਾਂ ਕਮਿਊਨੀਕੇਟਿਵ ਅਪਰੋਚ ਕਰਦੇ ਹਾਂ। ਜਿਵੇਂ ਆਪਾਂ ਡਿਫਰੈਂਟ ਅਪਰੋਚਸ ਐਂਡ ਮੈਥਡਸ ਕਰ ਰਹੇ ਹਾਂ, ਤਾਂ ਅੱਜ ਉਸੇ ਲੜੀ ਦੇ ਵਿੱਚ ਕਮਿਊਨੀਕੇਟਿਵ ਅਪਰੋਚ ਦੇਖਦੇ ਹਾਂ। ਜਿਵੇਂ ਕਿ ਨਾਮ ਹੀ ਸੁਜੈਸਟ ਕਰਦਾ ਹੈ ਕਿ ਕਮਿਊਨੀਕੇਟਿਵ ਦਾ ਮੀਨਿੰਗ ਹੁੰਦਾ ਹੈ ਆਪਣੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣਾ। ਦੇਖਦੇ ਹਾਂ ਇਸ ਦੀ ਇੰਟਰੋਡਕਸ਼ਨ ਕਿ ਕੀ ਹੈ ਕਮਿਊਨੀਕੇਸ਼ਨ। ਮੈਥਡ ਆਫ ਟੀਚਿੰਗ ਸੈਕਿੰਡ ਐਂਡ ਫੋਰਨ ਲੈਂਗੁਏਜ। ਵਿਦੇਸ਼ੀ ਭਾਸ਼ਾ ਜਾਂ ਦੂਜੀ ਭਾਸ਼ਾ ਨੂੰ ਸਿਖਾਉਣ ਦਾ ਇੱਕ ਢੰਗ ਹੈ ਨੋਨ ਐਜ਼ CLT ਕਮਿਊਨੀਕੇਟਿਵ ਲੈਂਗੁਏਜ ਟੀਚਿੰਗ। ਓਰੀਜਨ ਕਿੱਥੋਂ ਹੋਇਆ? ਬ੍ਰਿਟਨ ਤੋਂ। 1960 ਦੇ ਆਸ-ਪਾਸ ਚਾਈਨਾ ਅਤੇ ਜਾਪਾਨ ਦੇ ਵਿੱਚ ਵੀ ਇਹ ਅਪਰੋਚ ਡਿਵੈਲਪ ਹੋਈ। D.A. ਵਿਲਕਿਨਸ ਲਿੰਗੁਇਸਟ ਜਿਹੜੇ ਸੀ, ਉਹਨਾਂ ਨੇ ਫੰਕਸ਼ਨਲ ਲੈਂਗੁਏਜ ਦਾ ਕੰਸੈਪਟ ਰੱਖਿਆ। ਫੰਕਸ਼ਨਲ ਮਤਲਬ ਜੋ ਉੱਚ ਹੋਵੇ, ਕਮਿਊਨੀਕੇਟਿਵ ਵੀ ਉਹੀ ਹੈ ਜੋ ਉੱਚ ਹੋਵੇ। ਅਤੇ ਉਹਨਾਂ ਨੇ ਇਸ ਅਪਰੋਚ ਨੂੰ ਵਧੀਆ ਦੱਸਿਆ ਕਿ ਇਹਦੇ ਨਾਲ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ। ਕਿਉਂ ਇਹ ਸ਼ੁਰੂ ਕਰਨੀ ਪਈ? ਕਿਉਂਕਿ ਇੰਗਲਿਸ਼ ਦੀ ਨੀਡ ਦਿਨ ਬ ਦਿਨ ਵੱਧਦੀ ਜਾ ਰਹੀ ਸੀ, ਪਰੰਤੂ ਬੱਚਿਆਂ ਨੂੰ ਸਿਖਾਉਣਾ ਔਖਾ ਹੋ ਰਿਹਾ ਸੀ। ਆਪਾਂ ਡਿਫਰੈਂਟ ਅਪਰੋਚਸ ਕੀਤੀਆਂ, ਬਿਹੇਵੀਅਰਿਸਟਿਕ, ਸਟਰਕਚਰ, ਸਾਰੀਆਂ ਅਪਰੋਚਸ ਦਾ ਇੱਕੋ ਹੀ ਮੋਟਿਵ ਸੀ, ਇੰਗਲਿਸ਼ ਸਿਖਾਉਣਾ। ਜਦੋਂ ਉਹਨਾਂ ਨਾਲ ਮੋਟਿਵ ਪੂਰਾ ਨਹੀਂ ਹੋ ਪਾ ਰਿਹਾ ਸੀ ਤਾਂ ਇਹ ਨੀਡ ਮਹਿਸੂਸ ਕੀਤੀ ਗਈ ਕਿ ਹੋਰ ਅਪਰੋਚ ਨੂੰ ਵੀ ਅਪਣਾਇਆ ਜਾਵੇ। ਤਾਂ ਇਸ ਲਈ ਕਮਿਊਨੀਕੇਟਿਵ ਅਪਰੋਚ ਜਿਹੜੀ ਹੈ ਉਹ ਹੋਂਦ ਵਿੱਚ ਆਈ। ਇਹਦਾ ਕਮਿਊਨੀਕੇਟਿਵ ਦਾ ਅਸਲ ਪਰਪਸ ਕੀ ਹੈ? ਟੂ ਕਮਿਊਨੀਕੇਟ ਰੀਅਲ ਮੀਨਿੰਗ, ਕਿ ਮੀਨਿੰਗ ਸਮਝ 'ਚ ਆ ਜੇ, ਭਾਵੇਂ ਕਹਿਣਾ ਗੱਲ ਪੂਰੀ ਤਰੀਕੇ ਨਾਲ ਸਹੀ ਨਾ ਵੀ ਹੋਵੇ, ਪਰ ਜਿਹੜਾ ਰਿਸੀਵਰ ਹੈ ਉਸ ਤੱਕ ਅਸਲੀ ਮੀਨਿੰਗ ਪਹੁੰਚੇ। ਜੇ ਆਪਾਂ ਰੀਅਲ ਮੀਨਿੰਗ ਦੇਣਾ ਚਾਹੁੰਦੇ ਹਾਂ ਤਾਂ ਟੋਪਿਕ ਜਿਹੜਾ ਹੈਗਾ ਪ੍ਰੈਜ਼ੈਂਟ ਕੀਤਾ ਜਾਵੇ ਐਜ਼ ਨੈਚੁਰਲ ਐਜ਼ ਪੋਸੀਬਲ। ਬੱਚਿਆਂ ਨੂੰ ਜੇ ਰੀਅਲ ਮੀਨਿੰਗ ਸਿਖਾਉਣਾ ਚਾਹੁੰਦੇ ਹਾਂ ਤਾਂ ਜੋ ਟੋਪਿਕ ਹੈ ਉਸ ਨੂੰ ਨੈਚੁਰਲੀ ਪ੍ਰੈਜ਼ੈਂਟ ਕੀਤਾ ਜਾਣਾ ਚਾਹੀਦਾ। ਈਵਨ ਕਿ ਬੱਚੇ ਵੀ ਜਦੋਂ ਇੰਗਲਿਸ਼ ਦਾ ਯੂਜ਼ ਕਰਨ ਤਾਂ ਉਹ ਨੈਚੁਰਲੀ ਪ੍ਰਯੋਗ ਕਰਨ, ਨਾ ਕਿ ਅਨਨੈਚੁਰਲ ਵੇ ਦੇ ਵਿੱਚ। ਇਹ ਸੀ ਕਮਿਊਨੀਕੇਟਿਵ ਅਪਰੋਚ ਦਾ ਉਹ ਕੀ ਚੀਜ਼ ਨੂੰ ਐਮਫੇਸਾਈਜ਼ ਕਰ ਰਹੇ ਹੈ। ਐਮਫੇਸਾਈਜ਼ਿੰਗ ਕਿਸ ਚੀਜ਼ 'ਤੇ ਹੋ ਰਹੀ ਹੈ ਬੇਟਾ? ਐਮਫੇਸਾਈਜ਼ਿੰਗ ਕਮਿਊਨੀਕੇਸ਼ਨ 'ਤੇ। ਕਮਿਊਨੀਕੇਸ਼ਨ ਕਿਸ ਚੀਜ਼ ਦੀ? ਮੀਨਿੰਗ ਦੇ। ਮੀਨਿੰਗ ਕਿਸ ਚੀਜ਼ ਦਾ? ਮੈਸੇਜ ਦਾ। ਟੂ ਕਮਿਊਨੀਕੇਟ ਦਾ ਮੀਨਿੰਗ ਆਫ ਦ ਮੈਸੇਜ। ਜੋ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਉਸ ਦਾ ਮਕਸਦ ਪੂਰਾ ਹੋ ਗਿਆ, ਉਹ ਸਮਝ 'ਚ ਆ ਗਿਆ। ਇੰਸਟੈਡ ਆਫ ਕੰਸਨਟਰੇਟਿੰਗ ਔਨ ਗ੍ਰਾਮੈਟੀਕਲ ਪਰਫੈਕਸ਼ਨ, ਕਿਸੇ ਨੂੰ ਦੂਸਰੇ ਨੂੰ ਜਦੋਂ ਆਪਾਂ ਸੁਣਾਉਣਾ ਚਾਹੁੰਦੇ ਹਾਂ ਉਹਨੂੰ ਗ੍ਰਾਮੈਟੀਕਲ ਪਰਫੈਕਸ਼ਨ ਦੀ ਕੀ ਲੋੜ ਹੈ? ਤੁਸੀਂ ਗ੍ਰਾਮੈਟੀਕਲੀ ਸਹੀ ਹੋ ਜਾਂ ਗਲਤ ਹੋ, ਡਜ਼ਨਟ ਮੈਟਰ। ਮੈਟਰ ਕੀ ਕਰਦਾ ਕਿ ਤੁਸੀਂ ਜੋ ਗੱਲ ਕਹਿਣਾ ਚਾਹੁੰਦੇ ਸੀ ਸਹੀ ਕਹਿਤੀ। ਟੂ ਕਨਵੇ ਯੂਅਰ ਮੈਸੇਜ, ਟੂ ਗਿਵ ਦ ਰੀਅਲ ਮੀਨਿੰਗ ਆਫ ਯੂਅਰ ਮੈਸੇਜ। what do you want to say, what do you want to take, your thoughts, your emotions really expressed to others। ਜੇ ਅਦਰਸ ਨੂੰ ਪੂਰਾ ਸੰਚਾਰ ਹੋ ਗਿਆ, ਦਿਸ ਇਜ਼ ਕਮਿਊਨੀਕੇਟਿਵ। ਤਾਂ ਕਮਿਊਨੀਕੇਟਿਵ ਦਾ ਮੀਨਿੰਗ ਹੀ ਸੰਚਾਰ ਕਰਨਾ। ਵਿਲਸ ਆ ਰਿਲੇਸ਼ਨਸ਼ਿਪ, ਕਿਹਦੇ ਦਰਮਿਆਨ ਰਿਲੇਸ਼ਨ ਹੋਣਾ ਚਾਹੀਦਾ? ਸੈਂਡਰ ਐਂਡ ਰਿਸੀਵਰ। ਜਦੋਂ ਤੁਸੀਂ ਗੱਲ ਕਰ ਰਹੇ ਹੋ, ਮੰਨ ਲਓ ਮੈਂ ਬੋਲ ਰਹੀ ਹਾਂ ਤਾਂ ਮੈਂ ਸੈਂਡਰ ਹਾਂ, ਤੁਸੀਂ ਸੁਣ ਰਹੇ ਹੋ, ਤੁਸੀਂ ਰਿਸੀਵਰ ਹੋ। ਤੁਸੀਂ ਕੋਈ ਗੱਲ ਕਰ ਰਹੇ ਹੋ, ਮੈਂ ਰਿਸੀਵ ਕਰ ਰਹੀ ਹਾਂ, ਯੂ ਆਰ ਸੈਂਡਰ ਐਂਡ ਆਈ ਐਮ ਰਿਸੀਵਰ। ਅਤੇ ਰਿਸੀਵਰ ਮੋਟੀਵੇਟ ਵੀ ਹੋਵੇ ਗੱਲ ਸੁਣਨ ਵਾਸਤੇ। ਇਸ ਤਰ੍ਹਾਂ ਦੀ ਕਮਿਊਨੀਕੇਟਿਵ ਲੈਂਗੁਏਜ ਹੋਣੀ ਚਾਹੀਦੀ ਹੈ। ਅ ਲਰਨਰ ਮੇ ਨਾਟ ਬੀ ਲਿੰਗੁਇਸਟਿਕ ਕੰਪੀਟੈਂਟ। ਦੇਖੋ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਉਹ ਲਿੰਗੁਇਸਟ ਕੰਪੀਟੈਂਟ ਭਾਵੇਂ ਨਾ ਹੋਵੇ, ਬਟ ਮਸਟ ਬੀ ਕਮਿਊਨੀਕੇਟਿਵ ਕੰਪੀਟੈਂਟ। ਲੈਂਗੁਏਜ ਦਾ ਪੂਰਾ ਪਰਫੈਕਟ ਸਮਰੱਥ ਨਾ ਹੋਵੇ, ਪਰ ਗੱਲ ਕਹਿ ਸਕਦਾ ਹੋਵੇ। ਅਸਲੀ ਵੈਸੇ ਵੀ ਵਕਤਾ ਉਹਨੂੰ ਮੰਨਿਆ ਜਾਂਦਾ ਬੱਚਿਓ ਜਿਹੜਾ ਦੂਸਰੇ ਤੱਕ ਆਪਣੀ ਗੱਲ ਨੂੰ ਪਹੁੰਚਾ ਸਕੇ। ਕਈ ਵਕਤਾ ਜਿਵੇਂ ਆਪਾਂ ਕਹਿੰਦੇ ਹਾਂ ਬਹੁਤ ਹੀ ਜ਼ਿਆਦਾ ਸਾਹਿਤਿਕ ਭਾਸ਼ਾ ਬੋਲਣ ਲੱਗ ਜਾਂਦੇ, ਬਹੁਤ ਹੀ ਸੋਫਿਸਟੀਕੇਟਡ ਭਾਸ਼ਾ ਬੋਲਣ ਲੱਗ ਜਾਂਦੇ ਆ, ਉਹਦਾ ਕੋਈ ਫਾਇਦਾ ਨਹੀਂ ਜਦ ਤੱਕ ਸਰੋਤਿਆਂ ਨੂੰ ਗੱਲ ਸਮਝ ਨਹੀਂ ਆਏ।
ਮੇਨ ਹੈਗਾ ਕਮਿਊਨੀਕੇਟ। ਜਿਵੇਂ ਆਪਾਂ ਛੋਟੇ ਬੱਚਿਆਂ ਨਾਲ ਬੋਲਦੇ ਹਾਂ ਤਾਂ ਜ਼ਿਆਦਾ ਹਾਈਫਾਈ ਆਪਾਂ ਭਾਸ਼ਾ ਬੋਲਣ ਦੀ ਕੋਸ਼ਿਸ਼, ਉਹਨਾਂ ਨੂੰ ਸਮਝ ਨਹੀਂ ਆਉਣੀ। ਬਜ਼ੁਰਗਾਂ 'ਚ ਬੋਲ ਰਹੇ ਹਾਂ ਜਾਂ ਥੋੜ੍ਹੇ ਘੱਟ ਪੜ੍ਹੇ ਲਿਖਿਆਂ 'ਚ ਵੱਧ ਪੜ੍ਹੇ ਲਿਖਿਆਂ ਵਾਲੀ ਭਾਸ਼ਾ ਦੇ ਪ੍ਰਯੋਗ ਕਰਨ ਦਾ ਸਮਝ ਨਹੀਂ ਆਉਣਾ। ਤਾਂ ਇਸ ਲਈ ਚਾਹੀਦਾ ਕੀ ਹੈ ਸਾਨੂੰ, ਕਮਿਊਨੀਕੇਸ਼ਨ ਹੋਣੀ ਜ਼ਰੂਰੀ ਹੈ, ਨਾਟ ਲਿੰਗੁਇਸਟ ਕੰਪੀਟੈਂਟ। ਫਾਰਮਲ ਇੰਗਲਿਸ਼ ਗਿਵ ਵੇ ਟੂ ਫੰਕਸ਼ਨਲ ਇੰਗਲਿਸ਼। ਫਾਰਮਲ ਦੇ ਵਿੱਚ ਕੀ ਹੁੰਦਾ ਕਿ ਗ੍ਰਾਮੈਟੀਕਲ ਐਕੂਰੇਸੀ ਵਗੈਰਾ ਹੋਵੇ। ਫੰਕਸ਼ਨਲ ਦੇ ਵਿੱਚ ਪ੍ਰਯੋਗ 'ਚ ਆ ਰਹੀ ਹੈ ਚੀਜ਼। ਫੰਕਸ਼ਨਲ ਹੈ, ਆਪਾਂ ਕੋਈ ਮਸ਼ੀਨ ਕਹਿੰਦੇ ਨੇ ਚਾਲੂ ਹਾਲਤ 'ਚ ਹੈ। ਚਾਲੂ ਹਾਲਤ 'ਚ ਇੰਗਲਿਸ਼ ਕਿਵੇਂ ਹੋ ਸਕਦਾ ਜੇ ਤੁਸੀਂ ਪ੍ਰਯੋਗ ਕਰ ਰਹੇ ਹੋ? ਜੇ ਪ੍ਰਯੋਗ ਹੀ ਨਹੀਂ ਕਰ ਰਹੇ ਫਿਰ ਕੀ ਫਾਇਦਾ? ਲੈਂਗੁਏਜ ਟੀਚਿੰਗ ਦਾ ਗੋਲ ਕੀ ਹੈ? ਅਬਿਲਿਟੀ ਟੂ ਕਮਿਊਨੀਕੇਟ। ਬਾਰ ਬਾਰ ਆਪਾਂ ਇੱਕੋ ਚੀਜ਼ 'ਤੇ ਸਟ੍ਰੈਸ ਦੇ ਰਹੇ ਹਾਂ, ਅਬਿਲਿਟੀ ਟੂ ਕੰਪੀਟੈਂਟ। ਤੁਸੀਂ ਦੇਖੋਗੇ ਕਮਿਊਨੀਕੇਟ ਬਾਰ ਬਾਰ ਇਹੀ ਆਊਗਾ, ਅਬਿਲਿਟੀ ਟੂ ਕਮਿਊਨੀਕੇਟ, ਰੀਅਲ ਮੀਨਿੰਗ ਕਿਸ ਵਿੱਚ? ਇਨ ਦਾ ਟਾਰਗੇਟ ਲੈਂਗੁਏਜ। ਟਾਰਗੇਟ ਲੈਂਗੁਏਜ ਕਿਹੜੀ ਹੈ? ਇੰਗਲਿਸ਼, ਫੋਰਨ ਲੈਂਗੁਏਜ, ਮੀਨਿੰਗਫੁਲ ਐਂਡ ਪਰਪਸਫੁਲ ਇੰਟਰੈਕਸ਼ਨ ਥਰੂ ਲੈਂਗੁਏਜ। ਫਿਰ ਉਹੀ ਗੱਲ ਆ ਗਈ, ਮੀਨਿੰਗਫੁਲ ਐਂਡ ਪਰਪਸਫੁਲ, ਮਤਲਬ ਵੀ ਸਮਝ ਆਵੇ ਅਤੇ ਮਕਸਦ ਵੀ ਸਮਝ ਆਵੇ, ਫਿਰ ਹੀ ਕਮਿਊਨੀਕੇਸ਼ਨ ਹੁੰਦੀ ਹੈ। ਸਟੂਡੈਂਟ ਕੰਟੈਂਟ ਬੇਸਡ ਇੰਸਟਰਕਸ਼ਨ ਕੈਨ ਬੀ ਯੂਜ਼ਡ ਐਜ਼ ਅ ਫਰੇਮਵਰਕ ਫਾਰ ਯੂਨਿਟ ਆਫ ਵਰਕ। ਧਿਆਨ ਨਾਲ ਸਮਝਣ ਵਾਲਾ ਪੁਆਇੰਟ ਹੈ ਵੀ ਜਿਹੜੀ ਵੀ ਇੰਸਟਰਕਸ਼ਨ ਦਿੱਤੀ ਜਾਂਦੀ ਹੈ ਕੰਟੈਂਟ ਬੇਸਡ ਹੋਵੇ। ਕੰਟੈਂਟ ਸਮਝ ਆ ਰਿਹਾ, ਠੀਕ ਹੈ, ਮਤਲਬ ਜੋ ਗੱਲ ਕਹਿਣਾ ਚਾਹੁੰਦੇ ਹਾਂ ਉਹ ਪਹੁੰਚ ਰਹੀ ਹੈ। ਇਸ ਓਕੇ। ਗ੍ਰਾਮਰ ਸਹੀ ਨਹੀਂ, ਕੋਈ ਗੱਲ ਨਹੀਂ, ਇਹ ਨਹੀਂ ਕਿ ਗ੍ਰਾਮਰ ਗਲਤੀ ਕਰਨਾ ਆਪਾਂ, ਇਹ ਨਹੀਂ ਹੈਗਾ। ਪਰ ਜੇ ਨਹੀਂ ਵੀ ਸਾਨੂੰ ਕਰੈਕਟ ਆਉਂਦਾ ਕੋਈ ਗੱਲ ਨਹੀਂ, ਮੀਨਿੰਗ ਕਰੈਕਟ ਕਨਵੇ ਹੋ ਰਿਹਾ। ਕੈਨ ਬੀ ਯੂਜ਼ਡ ਐਜ਼ ਅ ਫਰੇਮਵਰਕ ਫਾਰ ਅ ਯੂਨਿਟ ਆਫ ਵਰਕ। ਇੱਕ ਫਰੇਮਵਰਕ ਬਣ ਜਾਂਦਾ ਸਾਡੇ ਕੋਲ, ਅੱਗੇ ਹੋਰ ਸਾਰੀਆਂ ਸਕਿੱਲਸ, ਅੱਗੇ ਹੋਰ ਸਾਰੇ ਕੰਮ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ। ਉਹਦੇ ਆਧਾਰ 'ਤੇ ਸਟਰਕਚਰ ਤਿਆਰ ਹੋ ਜਾਂਦੇ ਕਿ ਤੁਹਾਨੂੰ ਗੱਲ ਕਹਿਣੀ ਆ ਗਈ। ਕੈਨ ਬੀ ਯੂਜ਼ ਟੂ ਡਿਵੈਲਪ ਆਲ ਦਾ ਸਕਿੱਲਸ। ਸਾਰੀਆਂ ਸਕਿੱਲਸ ਨੂੰ ਬਾਅਦ ਵਿੱਚ ਡਿਵੈਲਪ ਕਰਨ ਲਈ ਵਰਤਿਆ ਜਾ ਸਕਦਾ। ਇੱਕ ਵਾਰੀ ਪਹਿਲਾਂ ਲਿਸਨ ਕੀਤਾ, ਤੁਸੀਂ ਸਪੀਕ ਕੀਤਾ, ਦੂਸਰੇ ਨੇ ਲਿਸਨ ਕੀਤਾ, 2 ਸਕਿੱਲਸ ਡਿਵੈਲਪ ਹੋ ਗਈਆਂ, ਅਗਲੀਆਂ ਸਕਿੱਲਸ ਬਾਅਦ 'ਚ ਡਿਵੈਲਪ ਹੋ ਜਾਂਦੀਆਂ, ਆਟੋਮੈਟਿਕਲੀ ਉਹਦੇ ਨਾਲ ਨਾਲ ਰਿਲੇਟ ਹੋ ਜਾਂਦੀਆਂ। ਤਾਂ ਇਹ ਇੱਕ ਇੰਟਰੋਡਕਸ਼ਨ ਹੈ ਜਿਹਦੇ ਵਿੱਚ ਆਪਾਂ ਨੂੰ 2-3 ਗੱਲਾਂ ਉੱਭਰ ਕੇ ਆਈਆਂ ਕਿ ਇੱਕ ਰਿਸੀਵਰ ਹੈ, ਇੱਕ ਸੈਂਡਰ ਹੈ। ਸੈਂਡਰ ਨੇ ਆਪਣੀ ਗੱਲ ਕਹਿਣੀ ਹੈ, ਰਿਸੀਵਰ ਨੇ ਸੁਣਨੀ ਹੈ। ਰਿਸੀਵਰ ਨੂੰ ਗੱਲ ਸਹੀ ਸਮਝ ਆ ਗਈ, ਸੈਂਡਰ ਨੇ ਸਹੀ ਗੱਲ ਕਹਿ ਤੀ, ਦਿਸ ਇਜ਼ ਕਮਿਊਨੀਕੇਸ਼ਨ। ਅਤੇ ਫੰਕਸ਼ਨਲ ਇੰਗਲਿਸ਼ ਵਿਚ ਇਜ਼ ਇਨ ਯੂਜ਼। ਅਤੇ ਜਿਹੜੀ ਗੱਲ ਕਹਿਣਾ ਚਾਹੁੰਦੇ ਆ ਜਾਂ ਸਮਝ ਆਈ ਉਹ ਪਰਪਸਫੁਲ ਐਂਡ ਮੀਨਿੰਗਫੁਲ ਹੋਣੀ ਚਾਹੀਦੀ। ਇਹ ਨਹੀਂ ਕਿ ਬੋਲ ਤਾਂ ਸਮਝ ਆਏ ਇਹਨੂੰ ਤਾਂ ਕੀ ਫਾਇਦਾ, ਭਾਵੇਂ ਤੁਸੀਂ ਪਰਫੈਕਟ ਇੰਗਲਿਸ਼ ਬੋਲੀ ਹੋਵੇ, ਸਮਝ ਆਉਣੀ ਬਹੁਤ ਜ਼ਰੂਰੀ ਹੈ। ਓਕੇ, ਡੈਫੀਨੇਸ਼ਨ ਦੇਖ ਲੈਂਦੇ ਹਾਂ ਆਪਾਂ। ਡੈਫੀਨੇਸ਼ਨ ਦੇ ਵਿੱਚ ਲੌਂਗਮੈਨ ਡਿਕਸ਼ਨਰੀ ਲੈਂਗੁਏਜ ਟੀਚਿੰਗ ਐਂਡ ਅਪਲਾਈਡ ਲਿੰਗੁਇਸਟਿਕਸ ਦੇ ਵਿੱਚ ਕੀ ਲਿਖਿਆ ਹੋਇਆ ਹੈ? ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਇਜ਼ ਵਨ ਆਫ ਦ ਮੋਸਟ ਆਊਟਸਟੈਂਡਿੰਗ ਅਪਰੋਚਿਸ। ਕਿਹੜੀ? CLT, ਕਮਿਊਨੀਕੇਟਿਵ ਲੈਂਗੁਏਜ ਟੀਚਿੰਗ। ਬਹੁਤ ਵਧੀਆ, ਆਊਟਸਟੈਂਡਿੰਗ, ਬਹੁਤ ਵਧੀਆ ਅਪਰੋਚ ਹੈ। ਕਿਹਦੇ ਲਈ? ਟੀਚਿੰਗ ਆਫ ਫੋਰਨ ਔਰ ਸੈਕਿੰਡ ਲੈਂਗੁਏਜ। ਕਿਹਦੇ ਵਾਸਤੇ? ਫੋਰਨ ਔਰ ਸੈਕਿੰਡ ਲੈਂਗੁਏਜ ਵਿੱਚ emphasizes the role of communication in the language। ਕਿਸ 'ਤੇ ਜ਼ੋਰ ਦਿੱਤਾ ਜਾਂਦਾ? ਕਮਿਊਨੀਕੇਸ਼ਨ 'ਤੇ। ਅਪਰੋਚ ਹੀ ਕਮਿਊਨੀਕੇਟ ਕਰਨਾ, ਕਮਿਊਨੀਕੇਟਿਵ ਹੈ ਇਨ ਦ ਲੈਂਗੁਏਜ ਲਰਨਿੰਗ ਪ੍ਰੋਸੈਸ। ਬੜਾ ਈਜ਼ੀ ਜੀ ਡੈਫੀਨੇਸ਼ਨ ਹੈ। ਦੇਖੋ, ਆਊਟਸਟੈਂਡਿੰਗ ਅਪਰੋਚ ਹੈ ਕਿਸ ਲਈ? ਟੀਚ ਕਰਨ ਲਈ ਫੋਰਨ ਲੈਂਗੁਏਜ ਨੂੰ, ਅਤੇ ਐਮਫੇਸਾਈਜ਼ ਕਰਦੀ ਹੈ ਰੋਲ ਕਮਿਊਨੀਕੇਸ਼ਨ। ਜੇ ਆਪਾਂ ਸੈਕਿੰਡ ਡੈਫੀਨੇਸ਼ਨ ਇਸੇ ਤਰ੍ਹਾਂ ਦੇਖੀਏ, ਹਾਈਮਸ ਨੇ ਦਿੱਤੀ ਹੈ ਜਿਹੜੀ, communicative approach in language teaching starts from a theory of language as communication। ਸ਼ੁਰੂ ਹੀ ਕਮਿਊਨੀਕੇਸ਼ਨ ਵਾਲੀ ਥਿਊਰੀ ਤੋਂ ਹੁੰਦੀ ਹੈ। The goal of language teaching is to develop communicative competence। ਆਲਰੇਡੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਕਮਿਊਨੀਕੇਟਿਵ ਕੰਪੀਟੈਂਸ ਹੋਣਾ ਗੋਲ ਹੈ, ਮੇਨ ਉਦੇਸ਼ ਹੈ, ਮੇਨ ਟੀਚਰ ਹੈ। ਜੇ ਆਪਾਂ ਜਨਰਲਾਈਜ਼ ਕਰੀਏ ਇਸ ਡੈਫੀਨੇਸ਼ਨ ਨੂੰ, ਦੀ ਕਮਿਊਨੀਕੇਟਿਵ ਅਪਰੋਚ ਕੀ ਹੈ language teaching? the emphasizes interaction as both the means and the ultimate goal of study। both the means and ultimate goal of study। साधन भी इंटरेक्शन है और गोल भी इंटरेक्शन है। शुरुआत भी इंटरेक्शन तो एंड भी इंटरेक्शन तो होंगी कि इंटरेक्शन शुरू की जाए, इंटरेक्शन रिसीवर नूं समझ आए। तो मीनस एंड अल्टीमेट गोल दोनों की ने? कम्यूनीकेटिव। हाँ जी डियर स्टूडेंट्स, तुहानूं ये पता लग गया भी अप्रोच की है?
ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਹੈ, CLT ਕਹਿੰਦੇ ਨੇ ਇਹਨੂੰ ਸ਼ਾਰਟ ਦੇ ਵਿੱਚ, ਕਿ ਕਮਿਊਨੀਕੇਟ ਕਰਨਾ ਆਪਣੀ ਮੀਨਿੰਗ ਨੂੰ, ਆਪਣੀ ਗੱਲ ਨੂੰ। ਤਾਂ ਕੈਰੈਕਟਰਿਸਟਿਕਸ ਇਹਨਾਂ ਡੈਫੀਨੇਸ਼ਨ 'ਚੋਂ ਹੀ ਉੱਭਰ ਕੇ ਆ ਜਾਣਗੇ। ਫਸਟ ਦੇਖੋ, ਤੁਸੀਂ ਧਿਆਨ ਦਿਓ, ਐਕਸਪ੍ਰੈਸ਼ਨ ਆਫ ਮੀਨਿੰਗ ਨੂੰ ਐਕਸਪ੍ਰੈਸ ਕਰਨਾ। ਪ੍ਰਾਇਮਰੀ ਫੰਕਸ਼ਨ ਕੀ ਹੈ? ਇਹ ਵੀ ਇੰਟਰੈਕਸ਼ਨ ਐਂਡ ਕਮਿਊਨੀਕੇਸ਼ਨ। ਪ੍ਰਾਇਮਰੀ ਯੂਨਿਟ ਸਟਰਕਚਰਸ ਨਹੀਂ ਹੈਗੀਆਂ, ਕੋਈ ਗ੍ਰਾਮੈਟੀਕਲ ਫੀਚਰ ਨਹੀਂ ਹੈਗਾ, ਸਿਰਫ ਫੰਕਸ਼ਨਲ ਹੈ, ਯੂਜ਼ ਦੇ ਵਿੱਚ ਆਉਣ ਵਾਲੀ ਇੰਗਲਿਸ਼ ਹੈ। ਲੈਂਗੁਏਜ ਜਿਹੜੀ ਹੈ ਟਰਾਇਲ ਐਂਡ ਐਰਰ ਮੈਥਡ ਨਾਲ ਸਿੱਖੀ ਜਾ ਸਕਦੀ ਹੈ। ਮਤਲਬ ਜੇ ਤੁਸੀਂ ਬੋਲਤਾ, ਪਹਿਲੀ ਵਾਰ ਗਲਤ ਬੋਲਿਆ, ਅਗਲੀ ਵਾਰ ਤੁਹਾਡੇ ਧਿਆਨ 'ਚ ਆ ਜਾਊਗਾ ਕਿ ਮੈਂ ਉਦੋਂ ਮੇਰੇ ਤੋਂ ਇਹ ਗਲਤੀ ਰਹਿ ਗਈ ਸੀ, ਉਦੋਂ ਅਗਲੀ ਵਾਰ ਹੋਣੀ ਨਹੀਂ, ਤੁਹਾਨੂੰ ਰੀਅਲ ਪਤਾ ਲੱਗ ਜਾਏਗਾ। ਫਲੂਐਂਸੀ ਜਿਹੜੀ ਹੈ ਅਤੇ ਮੀਨਿੰਗ ਉਹ ਪਹਿਲਾਂ, ਐਕੂਰੇਸੀ ਬਾਅਦ 'ਚੋਂ। ਸਭ ਤੋਂ ਪਹਿਲਾਂ ਤਾਂ ਮੀਨਿੰਗ ਕਲੀਅਰ ਹੋਣਾ ਚਾਹੀਦਾ, ਅਤੇ ਦੂਸਰਾ ਫਲੂਐਂਟ ਹੋਣੇ ਚਾਹੀਦੇ, ਰੁਕ ਕੇ ਨਾ ਬੋਲੋ, ਬਾਅਦ ਦੇ ਵਿੱਚ ਐਕੂਰੇਸੀ ਆਉਂਦੀ ਰਹੂਗੀ। ਟੂ ਲਿੰਕ ਕਲਾਸਰੂਮ ਲੈਂਗੁਏਜ ਵਿਦ ਲੈਂਗੁਏਜ ਆਊਟਸਾਈਡ ਦਾ ਕਲਾਸਰੂਮ। ਜੇ ਕਲਾਸਰੂਮ ਦੇ ਵਿੱਚ ਆਪਾਂ CLT ਕਰਵਾ ਦਾਂਗੇ ਤਾਂ ਬਾਹਰ ਵੀ ਉਹੀ ਭਾਸ਼ਾ ਦਾ ਪ੍ਰਯੋਗ ਹੋ ਜਾਊਗਾ। ਬੜੀਆਂ ਈਜ਼ੀ ਚੀਜ਼ਾਂ ਦੀਆਂ ਵਿਸ਼ੇਸ਼ਤਾਵਾਂ ਨੇ, ਕੈਰੈਕਟਰਿਸਟਿਕਸ ਨੇ, ਜੋ ਕਿ ਆਪਾਂ ਪਹਿਲਾਂ ਇੰਟਰੋ ਅਤੇ ਡੈਫੀਨੇਸ਼ਨ 'ਚ ਸਿੱਖ ਲਿਆ। ਐਕਸਪ੍ਰੈਸ ਕਰਨਾ ਹੈ, ਮੀਨਿੰਗ, ਇੰਟਰੈਕਸ਼ਨ ਕਰਨੀ ਹੈ, no any stress on grammar, no any stress on structures, but on meaning, function, no stress on accuracy, but on fluency and meaning। ਹਾਂਜੀ, ਕਲੀਅਰ ਹੋ ਗਿਆ। ਕੈਰੈਕਟਰਿਸਟਿਕਸ, ਆਬਜੈਕਟਿਵਸ ਕੀ ਨੇ? ਉਦੇਸ਼, ਪਰਪਸ ਕੀ ਹੈ ਭਾਸ਼ਾ ਦੀ ਇਸ ਵਿਧੀ ਦਾ ਪ੍ਰਯੋਗ ਕਰਨ ਦਾ? ਸਿੰਪਲ, ਕਮਿਊਨੀਕੇਟਿਵ ਕੰਪੀਟੈਂਸ ਦੀ ਡਿਵੈਲਪਮੈਂਟ ਕਰਨਾ, ਕੰਪੀਟੈਂਟ ਬਣਾਉਣਾ ਸਟੂਡੈਂਟਸ ਨੂੰ ਕਿ ਉਹ ਕਮਿਊਨੀਕੇਟ ਕਰ ਸਕਣ। ਫੋਕਸ ਔਨ ਮੀਨਿੰਗ ਰਾਦਰ ਦੈਨ ਸਟਰਕਚਰਸ, ਸਟਰਕਚਰ 'ਤੇ ਨਹੀਂ ਜ਼ੋਰ ਦੇਣਾ, ਮੀਨਿੰਗ 'ਤੇ, ਕਿ ਸਮਝ ਆ ਜੇ। ਬਾਲੀ ਫਾਰਮ ਜਾਂ ਕੰਪਲੀਕੇਸ਼ਨਸ ਵੱਲ ਧਿਆਨ ਨਹੀਂ ਦੇਣਾ, ਸਿਰਫ ਮੀਨਿੰਗ ਸਮਝ ਆਉਣਾ ਚਾਹੀਦਾ ਹੈ। LSRW ਤਾਂ ਹੋਣਾ ਹੀ ਹੋਣਾ ਇਹਦਾ ਪਰਪਸ। ਇੰਪੋਰਟੈਂਸ ਕਿਹਨੂੰ ਦਿੱਤੀ ਹੈ? ਲਰਨਰ ਅਤੇ ਲਰਨਿੰਗ, ਕਿ ਬੱਚੇ ਨੂੰ ਸਮਝ ਆ ਰਹੀ ਹੈ, ਸਟੂਡੈਂਟਸ ਨੂੰ ਸਮਝ ਆ ਰਹੀ ਹੈ, ਲਰਨਿੰਗ ਹੋ ਰਹੀ ਹੈ ਕਿ ਨਹੀਂ। ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਇੰਗਲਿਸ਼ ਲਰਨਿੰਗ ਕਰਵਾ ਰਹੇ ਹਾਂ, ਉਹਨੂੰ ਇੰਗਲਿਸ਼ ਬੋਲਣਾ, ਸਿੱਖਣਾ, ਸੁਣਨਾ ਆ ਰਹੀ ਹੈ, ਸੋ ਕਿ ਰੀਅਲ ਲਾਈਫ 'ਚ ਲੈਂਗੁਏਜ ਯੂਜ਼ ਕਰ ਸਕੇ ਬੱਚਾ। ਫਲੂਐਂਸੀ ਦਾ ਧਿਆਨ ਵੱਧ ਦੇਵੇ ਐਕੂਰੇਸੀ ਨਾਲੋਂ। ਇਹ 4-5 ਜਿਹੜੇ ਨੇ, ਚਾਹੇ ਕੈਰੈਕਟਰਿਸਟਿਕ ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆ ਜਾਂਦੇ, ਉਹ ਹੈਗੇ ਇਸ ਅਪਰੋਚ ਦੀਆਂ ਵਿਸ਼ੇਸ਼ਤਾਵਾਂ। ਇਹ ਹੈਗੇ ਇਸ ਅਪਰੋਚ ਦੇ ਉਦੇਸ਼ ਕੀ ਨੇ? ਵਾਟ ਡੂ ਵੀ ਵਾਂਟ ਟੂ ਅਚੀਵ ਬਾਈ ਯੂਜ਼ਿੰਗ ਦ ਕਮਿਊਨੀਕੇਟਿਵ ਅਪਰੋਚ? What do we want to achieve? We want that a student must be communicative competent, must convey his or her meaning, must be fluent in English, must good LSRW skills, must use English in real life। ਇਹ ਸਾਰਾ ਕੁਛ ਹੀ ਤਾਂ ਚਾਹੁੰਦੇ ਹਾਂ ਨਾ ਆਪਾਂ। ਇਹ ਆਬਜੈਕਟਿਵਸ ਨੇ। ਹੁਣ ਪ੍ਰਿੰਸੀਪਲਸ ਕਿਹੜੇ ਸਿਧਾਂਤਾਂ 'ਤੇ ਆਧਾਰਿਤ ਹੈ? ਇਹ ਕਿਹੜੇ ਪ੍ਰਿੰਸੀਪਲ ਨੂੰ ਫੋਲੋ ਕਰਦੀ ਹੈ ਅਪਰੋਚ? ਕਮਿਊਨੀਕੇਟਿਵ ਯੂਜ਼ ਆਫ ਇੰਗਲਿਸ਼ ਨੂੰ ਕਮਿਊਨੀਕੇਸ਼ਨ ਪਰਪਸ ਲਈ ਵਰਤਣਾ, ਸੰਚਾਰ ਪਰਪਸ ਲਈ। ਅਤੇ ਲਰਨਿੰਗ ਜਿਹੜੀ ਉਹ ਰੀਅਲ ਲਾਈਫ ਤੋਂ ਹੀ ਲੈਣੀ ਹੈ। ਆਈ ਨਹੀਂ ਕਿ ਪੜ੍ਹਾਈ ਕੁਛ ਹੋਰ ਜਾਈਏ, ਰੀਅਲ ਲਾਈਫ 'ਚ ਲੋੜ ਕੁਛ ਹੋਰ ਹੈ। ਐਕਟੀਵਿਟੀ ਬੇਸਡ ਹੈ, ਐਵੇਂ ਨਹੀਂ ਕਿ ਟੀਚਰ ਬੋਲੀ ਜਾਵੇ ਅਤੇ ਬੱਚਾ ਬਸ ਸੁਣੀ ਜਾਵੇ। ਨੀਡ ਬੇਸਡ ਹੈ। ਨੀਡ ਕੀ ਹੈ? ਤੁਹਾਨੂੰ ਪਹਿਲਾਂ ਵੀ ਦੱਸਿਆ ਇੰਟਰੋ 'ਚ ਮੈਂ ਕਿ ਇੰਗਲਿਸ਼ ਦੀ ਐਵਰ ਇਨਕਰੀਜ਼ਿੰਗ ਨੀਡ ਕਾਰਨ ਇਸ ਨੂੰ ਵਰਤੋਂ 'ਚ ਲਿਆਂਦਾ ਜਾ ਰਿਹਾ ਟੂ ਫਿਲ ਦ ਗੈਪ ਬਿਟਵੀਨ ਲਰਨਿੰਗ ਐਂਡ ਦ ਯੂਜ਼ਸ। ਇੰਗਲਿਸ਼ ਦੇ ਸਟਰਕਚਰਸ, ਗ੍ਰਾਮਰ, ਇਸ 'ਤੇ ਅਸੀਂ ਇੰਨਾ ਜ਼ਿਆਦਾ ਜ਼ੋਰ ਦਿੱਤਾ ਕਿ ਬੱਚਿਆਂ ਨੂੰ ਲਰਨਿੰਗ ਹੀ ਨਹੀਂ ਹੋ ਰਹੀ, ਇੰਗਲਿਸ਼ ਦੀ ਵਰਤੋਂ ਹੀ ਨਹੀਂ ਕਰ ਪਾ ਰਹੇ ਉਹ। ਫਰੀਡਮ ਦੇ ਸਿਧਾਂਤ 'ਤੇ ਆਧਾਰਿਤ ਹੈ, ਫਲੈਕਸੀਬਿਲਿਟੀ ਦੇ ਸਿਧਾਂਤ 'ਤੇ ਆਧਾਰਿਤ ਹੈ ਕਿ ਬੱਚੇ ਦੀ ਮਨਪਸੰਦ ਦੇ ਅਨੁਸਾਰ ਕੰਮ ਕਰਵਾਇਆ ਜਾਵੇ, ਬੱਚਾ ਫਰੀ ਹੋਵੇ ਸਿੱਖਣ ਲਈ। ਸਟੂਡੈਂਟ ਸੈਂਟਰਡ ਅਪਰੋਚ ਹੈ। ਮੈਕਸਿਮ ਈਜ਼ੀ ਟੂ ਡਿਫੀਕਲਟ ਵੱਲ ਹੈ, ਈਜ਼ੀ ਟੂ ਡਿਫੀਕਲਟ ਵੱਲ ਜਾਂਦੇ ਹੈ। ਸੌਖਾ ਕਰਾਓ ਪਹਿਲਾਂ, ਫਿਰ ਔਖਾ। ਪਹਿਲਾਂ ਗਲਤ ਵੀ ਕਰਦਾ ਕੋਈ ਗੱਲ ਨਹੀਂ, ਬਾਅਦ 'ਚੋਂ ਐਕੂਰੇਸੀ ਆ ਜਾਊਗੀ, ਫਲੂਐਂਸੀ ਆਉਣ ਤੋਂ ਪਹਿਲਾਂ। ਆ ਹੋਲ ਟੂ ਪਾਰਟ ਓਰੀਐਂਟੇਸ਼ਨ। ਹੋਲ ਟੂ ਪਾਰਟ ਦਾ ਕੀ ਮਤਲਬ ਹੈ? ਕਿ ਪਹਿਲਾਂ ਆਪਾਂ ਪੂਰੀ ਗੱਲ ਕਨਵੇ ਕਰਤੀ, ਉਸ ਤੋਂ ਬਾਅਦ
हौली हौली पार्ट्स विच बारे आना, मतलब आप पूरा सेंटेंस या अधूरा सेंटेंस कुछ भी बोलता, उस तो बाद बच्चे नूं पता लगे नाउन वर्ब्स की है ਜਾਂ ਵਿੱਚੋਂ की पार्ट्स की ने। पहला मीनिंग क्लीयर हो गया, ठीक है। दूजे फीचर्स बाद चों स्टडी करवा दिते जाएंगे ਜਾਂ कर ले जाएंगे ਜਾਂ समझ ले जाएंगे। पहला की है मीनिंग, तुहाडी गल कहना। प्रोसीजर की है, इसनूं किस तरह यूज़ किया जाता है क्लासरूम च। सब तो पहला की करेगा टीचर, प्रेजेंट करेगा डायलॉग, बच्चे ओरल प्रैक्टिस करेंगे, उस डायलॉग नूं उवें दी उवें रिपीट करेंगे, सुन के ओरल प्रैक्टिस करेंगे बच्चे। टीचर ने डायलॉग प्रेजेंट किया, मॉडल प्रेजेंटेशन देती, मॉडल रोल मॉडल बन गया टीचर। बच्चे ने सुनिया, उवें दी उवें प्रैक्टिस करेंगे। फिर डायलॉग होना की चाहिए जो बच्चों के परसनल एक्सपीरियंसिस नाल रिलेटेड हो, ताकि बच्चा जा क्वेश्चन नूं जोड़ ले उहदे नाल टीचर। रियल लाइफ एक्सपीरियंसिस होण। फिर उस तो बाद फंक्शनल ऑपरेशन तो हो गया, फंक्शनल एक्सप्रैशन, उहदे विचले फीचर्स नूं रूल्स वगैरह नूं बच्चे डिस्कवर कर सकन। मान लो आप कोई डायलॉग बोलता, बाद दे विच बच्चे ने कहा जो नाउन वर्ब तुहानूं पता लग रहा किहड़े किहड़े ने, इस तरह कह दिता जाए। ये वास्ते टीचर की कुछ यूज़ कर सकते, एग्जाम्पल्स दे सकते हैं, पिक्चर्स यूज़ कर सकते हैं, रियल ऑब्जेक्ट शो कर सकते हैं, कदे लिए क्लैरीफाई करने मीनिंग। मतलब किसी भी चीज़ की डैमो दे रहा टीचर, मतलब चेयर की गल हो रही है तो चेयर दिखा सकता है, वो पिक्चर भी दिखा सकता है, कोई एग्जाम्पल भी दे सकता है, रियल तो चेयर दिखाई सकता है। उन्होंने अटरेंस जो है उन्होंने रिकोगनाइज तो इंटरप्रेट कर सकन बच्चे। अटरेंस की होंगे वाक जो बोलिया गया, चाहे अद्धा अधूरा या कुछ भी जो बोलिया गया, जो ओरल दे रूप विच वो किया, उस वाक नूं जिहड़े स्टूडेंट्स ने वो समझ सकन ते इंटरप्रेट कर सकन। ज़्यादातर ओरल एक्टिविटीज़ करवाइयां जान, बोल के सैंपल्स बाद चो दिखा, पहला ओरली अगर बच्चे नूं समझ आ गया वो प्रैक्टिस कर लेंदा, बोलना भी आ जाऊगा, समझना बोलना अगे दो चीज़ां। उस तो बाद चो रिटन वर्क का टीचर कोई सैंपल दिखा दे, बच्चा उमें राइट कर लेगा। तो इवैल्यूएट करना टीचर ने बाद चों कि जो लर्न किया ओरली किन्ना को समझ आया, किन्ना को समझ आया भी कि नहीं आया, कि जो वाक जो डायलॉग टीचर ने बोलिया बच्चे उसनों बोलन दे काबिल होए या नहीं, इनू इवैल्यूएट करना। ये प्रोसीजर है सारा। टू प्रेजेंट मॉडल डायलॉग, स्टूडेंट्स लिसनिंग एंड देन देयर प्रैक्टिस, टीचर्स क्वेश्चंस डिजाइनिंग on the basis of students' personal experiences, real life experiences. Then motivate students to learn rules, how to clarify his meaning by pictures, by examples, by real objects, by audiovisual aids. Students should be able to recognize the utterance, interpret the utterance, to understand the meaning of the utterance. Then they practice when develop oral and speaking skill, then they should practice for written work. And teacher evaluates the skill orally, how they understood the meaning of the dialogue, how they able to present the dialogue. ਇਹ ਸਾਡਾ ਪ੍ਰੋਸੀਜਰ। ਇਹਦੇ ਵਿੱਚ ਕਿਹੜੀਆਂ ਕਲਾਸਰੂਮ ਟੈਕਨੀਕਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਵੇਂ ਵਾਰਮ ਅਪਸ ਲਿਆ ਆਪਾਂ, ਪਹਿਲਾਂ ਵਾਰਮ ਅਪ ਕਰਨਾ ਬੱਚੇ ਨੂੰ, ਪਹਿਲਾਂ ਹੀ ਕਲਾਸ ਜਾਂਦੇ ਸਰ ਆਪਾਂ ਟੌਪਿਕ ਨਹੀਂ ਕਰਨ ਲਾ ਸਕਦੇ, ਉਹਨਾਂ ਨੂੰ ਉਹਦੇ ਨਾਲ ਰਿਲੇਟ ਕਰਾਂਗੇ, ਇੱਕ ਰੈਪਟ ਵਿਕਸਿਤ ਕਰਾਂਗੇ, ਰੈਪਟ ਕਹਿੰਦੇ ਇੱਕ ਸੰਬੰਧ ਬਣਾਵਾਂਗੇ, ਫਿਰ ਕਨਵਰਸੇਸ਼ਨ ਸ਼ੁਰੂ ਕਰਾਂਗੇ ਟੀਚਰ ਤੇ ਸਟੂਡੈਂਟ ਦੇ ਵਿੱਚ। फिर जी टारगेट लैंग्वेज है ਉਹਦੀ ਨੀਡ ਬਾਰੇ ਬੱਚਿਆਂ ਨੂੰ ਦੱਸਿਆ ਜਾਊਗਾ ਕਿ ਬੇਟਾ ਇਹਦੀ ਕੀ ਜ਼ਰੂਰਤ ਹੈ। फिर टैक्स रीडिंग होएगी, साइलेंट एंड आउट कोई भी हो सकती है, पहला लिसनिंग हुई, फिर स्पीकिंग हुई, दैन राइटिंग। मैं पिछले ਉਹਦੇ ਵਿੱਚ भी देखो तुसीं ध्यान दिओ कि मैं दस्सिया तुहानूं क्लासरूम प्रोसीजर दे विच किस तरह करना है। ओरल मतलब होगी, लिसनिंग होगी, स्पीकिंग होगी, राइटिंग होगी। कई बार कोई टैक्स भी दी जाती है, उन्होंने पहला रीड कर लिया जाए।
ਹੋਰ ਕਿਹੜੀਆਂ ਐਕਟੀਵਿਟੀਜ਼ ਕਲਾਸਰੂਮ ਦੇ ਵਿੱਚ ਹੋ ਸਕਦੀਆਂ ਨੇ? ਪਹਿਲਾਂ ਤਾਂ ਬੱਚਿਆਂ ਦੀ ਨੀਡ ਦੇ ਅਕੋਰਡਿੰਗ ਹੋਣ, ਫਿਰ ਬੱਚਿਆਂ ਦੀ ਐਬਿਲਿਟੀ ਦੇ ਅਨੁਸਾਰ ਹੋਣ, ਉਹਨਾਂ ਦੇ ਮੈਂਟਲ ਲੈਵਲ ਦੇ ਅਨੁਸਾਰ ਹੋਣ, ਫਿਰ ਈਵਨ ਟੀਚਰ ਦੀ ਨੀਡ ਦੇ ਵੀ ਅਨੁਸਾਰ ਹੋਣ। ਨੀਡਸ ਆਫ ਦ ਕਲਾਸ, ਐਬਿਲਿਟੀ ਆਫ ਦ ਟੀਚਰ, ਈਵਨ ਐਬਿਲਿਟੀ ਆਫ ਸਟੂਡੈਂਟਸ। ਇਨਫੋਰਮੇਸ਼ਨ ਗੈਪ ਐਕਟੀਵਿਟੀਜ਼ ਹੋ ਸਕਦੀਆਂ ਨੇ। ਗਰੁੱਪ ਵਰਕ, ਇਹਦੇ ਵਿੱਚ ਗਰੁੱਪ ਵਰਕ ਬਹੁਤ ਜ਼ਰੂਰੀ ਹੈ। ਬੱਚੇ ਮਿਲ ਕੇ ਕੰਮ ਕਰਨਗੇ ਤਾਂ ਕਿ ਉਹਦੀ ਹੈਜ਼ੀਟੇਸ਼ਨ ਦੂਰ ਹੋ ਜਾਏ। ਪਹਿਲਾਂ ਬੱਚਾ ਬੋਲਣ ਤੋਂ ਸ਼ਰਮਾਉਂਦਾ ਕਿ ਮੈਂ ਬੋਲੂੰਗਾ ਗਲਤ ਹੋ ਜਾਊਗਾ, ਪਰ ਜਦੋਂ ਬਾਕੀ ਸਾਰੇ ਬੱਚੇ ਵੀ ਬਾਰ ਨਾਲ ਆਪਣੀ ਬਾਰੀ ਸਿਰ ਬੋਲਦੇ ਆ ਤਾਂ ਉਹ ਬੱਚੇ ਦੀ ਹੈਜ਼ੀਟੇਸ਼ਨ ਰਿਮੂਵ ਹੋ ਜਾਂਦੀ ਹੈ ਅਤੇ ਬੋਲਣਾ ਸ਼ੁਰੂ ਕਰ ਦਿੰਦਾ। ਡਾਇਲੋਗ ਦੀ ਮਦਦ ਲੈ ਕੇ ਟੀਚਰ ਉਹ ਬੜੀ ਡਿਟੇਲ ਦੇ ਵਿੱਚ ਕਰ ਲਿਆ ਕਿ ਕਿਸ ਤਰ੍ਹਾਂ ਪਹਿਲਾਂ ਟੀਚਰ ਪ੍ਰੈਜ਼ੈਂਟ ਕਰੂਗਾ 2 ਵਾਰ 3 ਵਾਰ ਜਿੰਨੇ ਵਾਰੀ ਵੀ ਬੱਚਿਆਂ ਨੂੰ ਸਮਝ ਆਉਂਦਾ, ਫਿਰ ਸਟੂਡੈਂਟਸ ਅਟੈਂਡ ਕਰਨਗੇ, ਫਿਰ ਗਰੁੱਪਸ ਬਣਾ ਦਿੱਤੇ ਜਾਣਗੇ। ਇੱਕ ਗਰੁੱਪ ਕੁਐਸਚਨਿੰਗ ਕਰ ਰਿਹਾ, ਦੂਸਰਾ ਆਨਸਰਿੰਗ ਕਰ ਰਿਹਾ, ਫਿਰ ਚੇਂਜ ਦਾ ਰੋਲ ਉਹਨਾਂ ਦਾ ਰਿਵਰਸ ਕਰ ਦਿਓ ਰੋਲ। ਟਾਸਕ ਕੰਪਲੀਸ਼ਨ ਦਿੱਤਾ ਜਾ ਸਕਦਾ ਕਿ ਕੰਮ ਮੈਂ ਆਹ ਵਾਲਾ ਪੂਰਾ ਕਰੋ। opinion ਸ਼ੇਅਰਿੰਗ ਹੋ ਸਕਦਾ। ਇਨਫੋਰਮੇਸ਼ਨ ਗੈਦਰ ਕਰਨੀ ਹੈ, ਮੈਂ ਲਾਸਟ ਪੜੋਸ 'ਚੋਂ ਕੁਛ ਕਹਿ ਲੈਣਾ, ਸਰਵੇ ਟਾਈਪ ਕਰਨਾ ਤਾਂ ਵੀ ਇੰਗਲਿਸ਼ ਦੇ ਵਿੱਚ ਉਹਨੂੰ ਇਨਫੋਰਮੇਸ਼ਨ ਗੈਦਰ ਕਰ ਸਕਦੇ ਨੇ। ਇਸ ਤਰ੍ਹਾਂ ਇਨਫੋਰਮੇਸ਼ਨ ਟਰਾਂਸਫਰ ਐਕਟੀਵਿਟੀ ਹੋ ਸਕਦੀ ਕਿ ਤੁਹਾਨੂੰ ਇਹਦੇ ਬਾਰੇ ਕੀ ਪਤਾ, ਕੋਈ ਆਬਜੈਕਟ ਦਿਖਾਤਾ ਜਾਂ ਕੋਈ ਚੀਜ਼ ਕਹਿਤੀ, ਕੋਈ ਐਕਟੀਵਿਟੀ ਕਿ ਇਹਦੇ ਬਾਰੇ ਦੱਸੋ ਬੱਚਾ ਤੁਹਾਨੂੰ ਕੀ ਪਤਾ, ਤਾਂ ਉਹ ਇੱਕ ਦੂਜੇ ਨੂੰ ਉਸ ਦੀ ਇਨਫੋਰਮੇਸ਼ਨ ਟਰਾਂਸਫਰ ਕਰ ਸਕਦੇ ਨੇ। ਅਤੇ ਹੋਰ ਕਿਹੜੀਆਂ ਹੋ ਸਕਦੀਆਂ ਐਕਟੀਵਿਟੀਜ਼ ਬੇਟਾ? ਰੋਲ ਪਲੇ ਹੋ ਸਕਦਾ। ਰੋਲ ਪਲੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਆਪਾਂ ਵੀ ਤਾਂ ਵੈਸੇ ਵੀ ਰੋਲਸ ਹੀ ਪਲੇ ਕਰਦੇ ਹਾਂ ਸੁਸਾਇਟੀ ਦੇ ਵਿੱਚ, ਡਿਫਰੈਂਟ ਰੋਲਸ। ਕਲਾਸਰੂਮ ਦੇ ਵਿੱਚ ਕਮਿਊਨੀਕੇਸ਼ਨ ਕਰਨ ਲਈ ਕੋਈ ਵੀ ਰੋਲ ਪਲੇ, ਟੀਚਰ ਐਂਡ ਸਟੂਡੈਂਟ ਦਾ ਰੋਲ ਪਲੇ ਹੋ ਸਕਦਾ ਹੈ, ਸ਼ਾਪਕੀਪਰ ਐਂਡ ਕਸਟਮਰ ਦਾ ਰੋਲ ਪਲੇ ਹੋ ਸਕਦਾ ਹੈ, ਰੈਸਟੋਰੈਂਟ ਦੇ ਵਿੱਚ ਮੈਨੇਜਰ ਐਂਡ ਕਸਟਮਰ ਦਾ ਰੋਲ ਹੋ ਸਕਦਾ ਹੈ, ਮੇ ਬੀ ਡਾਕਟਰ ਐਂਡ ਪੇਸ਼ੈਂਟ ਦਾ ਰੋਲ ਪਲੇ ਹੋ ਸਕਦਾ ਹੈ। So many roles are there in the society and we can take these roles in from the society, we can take events from the society, we can take concept from the society. We have to relate everything to the society, as we have to live in the society and we have to use the English in the society. Then why not we take the concepts, content, material from the society, from the real life situations. So real role play we can do in the classroom and it will be practicable, it will be usable outside the classroom. Pair work ਹੋ ਸਕਦਾ ਜੀ, ਸਾਰੀ ਕਲਾਸ ਐਕਟਿਵ ਰਹੇਗੀ, ਪੇਅਰ ਬਣਾ ਦਿੱਤੇ ਜਾਂਦੇ, ਆਪਸ 'ਚ ਇੰਟਰ ਕੁਐਸਚਨਿੰਗ ਕਰ ਰਹੇ ਨੇ, ਆਪਸ 'ਚ ਰੋਲ ਚੇਂਜ ਕਰ ਰਹੇ ਨੇ। ਡਰਾਮੇਟਾਈਜੇਸ਼ਨ ਹੋ ਸਕਦੀ, ਥੋੜ੍ਹਾ ਬਹੁਤ ਔਖਾ ਜ਼ਰੂਰ ਹੈ ਡਰਾਮੇਟਾਈਜ਼ ਕਰਨਾ ਕਿਸੇ ਐਕਸ਼ਨ ਨੂੰ, ਬਟ ਮੇ ਬੀ ਡਰਾਮੇਟਾਈਜ਼ ਕੀਤਾ ਜਾ ਸਕਦਾ ਉਸ ਨੂੰ। ਬੱਚੇ ਵਧੀਆ ਖੇਡ ਦੇ ਵਿੱਚ ਫਨ ਵੇ ਦੇ ਨਾਲ ਸਿੱਖ ਜਾਂਦੇ ਨੇ ਬੋਲਣਾ ਇੰਗਲਿਸ਼ ਨੂੰ। ਫ੍ਰੀ ਕੰਪੋਜੀਸ਼ਨ ਵੱਲ ਸਟੈਪ, ਜਦੋਂ ਬੱਚਿਆਂ ਨੇ ਓਰਲੀ ਪ੍ਰੈਕਟਿਸ ਕਰ ਲਈ, ਜਦੋਂ ਬੱਚਿਆਂ ਨੇ ਬੋਲਣਾ ਸ਼ੁਰੂ ਕਰਤਾ ਤਾਂ ਉਸ ਤੋਂ ਬਾਅਦ ਉਹ ਫ੍ਰੀ ਕੰਪੋਜੀਸ਼ਨ ਵੱਲ ਚਲੇ ਜਾਂਦੇ ਨੇ। ਆਪਣੇ ਆਪ ਹੀ ਲਾਈਨਸ ਬਣਾ ਸਕਦੇ ਨੇ, ਸੈਂਟੈਂਸਿਸ ਮੇਕ ਕਰ ਸਕਦੇ ਨੇ, ਰੀਪਰੋਡਕਸ਼ਨ ਐਕਸਰਸਾਈਜ਼ਸ ਹੋ ਸਕਦੀਆਂ ਨੇ ਅਤੇ ਵੈਸੇ ਵੀ ਉਹ ਸਬਸਟੀਟਿਊਸ਼ਨ ਟੇਬਲਸ ਨਾਲੋਂ ਬੈਟਰ ਹੁੰਦੇ ਨੇ। ਹੁਣ ਤੁਸੀਂ ਕਹੋਗੇ ਮੈਮ ਇਹ ਰੀਪਰੋਡਕਸ਼ਨ ਐਕਸਰਸਾਈਜ਼ ਕੀ ਹੁੰਦੀਆਂ ਨੇ, ਸਬਸਟੀਟਿਊਸ਼ਨ ਟੇਬਲ ਕੀ ਹੁੰਦਾ? ਯਾਦ ਕਰੋ ਜ਼ਰਾ, ਸਬਸਟੀਟਿਊਸ਼ਨ ਟੇਬਲ ਦੇ ਵਿੱਚ ਆਪਾਂ ਸਟਰਕਚਰ ਵਗੈਰਾ 'ਚ ਕੀਤਾ ਸੀ ਕਿ ਮੰਨ ਲਓ ਸਬਸਟੀਟਿਊਟ ਦਿੱਤਾ ਆਪਾਂ, ਮੰਨ ਲਓ ਹੀ ਪਲੇਜ਼, ਹੀ ਸਲੀਪਸ, ਹੀ ਈਟਸ, ਹੀ ਉਹੀ ਰਹਿ ਗਿਆ, ਈਟ ਵਗੈਰਾ ਵਰਬਸ ਆਪਾਂ ਚੇਂਜ ਕਰਦੇ ਰਹੇ। ਪਰ ਇਹਦੇ ਵਿੱਚ ਕੀ ਸੀ ਕਿ ਬੱਚੇ ਦੇ ਸਾਹਮਣੇ ਟੇਬਲ ਪਿਆ, ਉਹਦੇ 'ਚੋਂ ਹੀ ਲੱਭੀ ਜਾਊਗਾ ਉਹ। ਪਰ ਰੀਪਰੋਡਕਸ਼ਨ ਐਕਸਰਸਾਈਜ਼ ਦੇ ਵਿੱਚ ਟੇਬਲ ਦੇ ਵਿੱਚੋਂ ਨਹੀਂ ਲੱਭਣਾ ਪੈਂਦਾ, ਬਲਕਿ ਬੱਚਾ ਟੀਚਰ ਗਾਈਡ ਜ਼ਰੂਰ ਕਰੇਗਾ ਉਸਨੂੰ, ਟੀਚਰ ਦੇ ਕੁਐਸਚਨਸ ਨੂੰ ਆਨਸਰ ਕਰੇਗਾ, ਫਿਰ ਉਹ ਆਪਣੇ ਆਪ ਲਾਈਨਸ ਬਣਾਊਗਾ। ਵਟ ਟੀਚਰ ਆਸਕਡ ਹਿਮ, ਕੀ ਪੁੱਛਿਆ ਟੀਚਰ ਨੇ ਜਾਂ ਕੀ ਆਨਸਰ ਦਿੱਤਾ ਜਾਂ ਬੱਚਿਆਂ ਨੇ ਕੀ ਆਨਸਰ ਦਿੱਤਾ, ਉਹਦੇ ਆਧਾਰ 'ਤੇ ਉਹ ਰੀਪਰੋਡਿਊਸ ਕਰੇਗਾ ਨਾ ਆਈਡੀਆਜ਼ ਨੂੰ, ਕਲਾਸਰੂਮ ਇੰਟਰੈਕਸ਼ਨ ਨੂੰ, ਐਂਡ ਹੀ or she will write in their own writing. So a step towards a free composition. First model presentation होगी, then listening skill develop होगी, then people speak in the classroom and then collect the views, all views and lines and sentences to reproduce in the form of a composition. they composition ਕਰਨਗੇ, writing skill ਵੀ ਨਾਲ ਦੀ ਨਾਲ develop ਹੋ ਜਾਊਗੀ। ਤਾਂ ਇਹ ਜਿਹੜਾ ਮਕਸਦ ਹੈ ਕਮਿਊਨੀਕੇਟਿਵ ਟੀਚਿੰਗ ਦਾ, ਅਪਰੋਚ ਦਾ। ਤਾਂ
ਡੀਅਰ ਸਟੂਡੈਂਟਸ, ਇਹ ਇੱਥੇ ਪੂਰੀ ਨਹੀਂ ਹੋ ਜਾਂਦੀ ਕਿਉਂਕਿ ਕਾਫੀ ਲੰਬਾ ਚਲਾ ਜਾਂਦਾ, ਐਕਟੀਵਿਟੀਜ਼ ਕਾਫੀ ਹੋ ਗਈਆਂ ਇਹਦੇ ਵਿੱਚ। ਇਸ ਦੇ ਪ੍ਰੋਜ਼ ਐਂਡ ਕੌਨਸ, ਐਡਵਾਂਟੇਜਸ ਐਂਡ ਡੀਮੈਰਿਟਸ, ਜਾਂ ਟੀਚਰ ਦਾ ਰੋਲ, ਸਟੂਡੈਂਟ ਦਾ ਰੋਲ, ਇਹ ਸਾਰੇ ਵੀ ਡਿਸਕਸ ਕਰਨੇ ਬਾਕੀ ਨੇ, ਪਰ ਇੱਕੋ ਹੀ ਲੈਕਚਰ ਦੇ ਵਿੱਚ ਸਾਰਾ ਨਹੀਂ ਸੀ ਹੋ ਸਕਦਾ, ਇਸ ਕਰਕੇ ਆਪਾਂ ਇਸੇ 2 ਪਾਰਟ ਬਣਾਏ ਨੇ। ਦੂਸਰੇ ਪਾਰਟ 'ਚ ਆਪਾਂ ਇਹਨਾਂ ਸਾਰੇ ਕੁਐਸਚਨਸ ਨਾਲ ਡੀਲ ਕਰਾਂਗੇ। ਤੁਹਾਡੇ ਮਨ ਵਿੱਚ ਵੀ ਬਹੁਤ ਸਾਰੇ ਕੁਐਸਚਨਸ ਆਏ ਹੋਣਗੇ। ਅਗਰ ਕੋਈ ਬੱਚਾ ਕੋਈ ਕੁਐਸਚਨ ਪੁੱਟ ਕਰਨਾ ਵੀ ਚਾਹੁੰਦਾ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਮੈਨੂੰ ਦੱਸ ਸਕਦਾ, ਪੁੱਛ ਸਕਦਾ, ਫੋਨ ਕਾਲ ਕਰ ਸਕਦਾ। ਇਸ ਤਰ੍ਹਾਂ ਆਪਾਂ ਇਸ ਦੇ ਜਿਹੜੇ ਡਾਊਟਸ ਨੇ ਉਹ ਕਲੀਅਰ ਕਰ ਸਕਦੇ ਹਾਂ। ਸੋ we have done today communicative approach part 1, in which we have discussed what is communicative approach, what is its definition, what are its characteristics, principles, objectives, and how activities used to teach by this approach, classroom activities. So we will discuss other topics in the another lecture. So dear students, I think you have enjoyed the learning. Thank you dear students.